ਸਿੱਖਾਂ ਨੂੰ ਇਹ ਵੀ ਤੇ ਜਾਣਿਆ ਜਾ ਰਿਹਾ ਕਿ ਸਾਡੇ ਪ੍ਰਧਾਨਾਂ ਦੇ ਉੱਪਰ FIR ਹੋ ਰਹੀਆਂ। ਜਿੱਥੇ ਅਸੀਂ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉੱਥੇ ਅਸੀਂ ਬਦਨਾਮੀ ਵੀ ਮੋਲ ਲੈ ਰਹੇ ਹਾਂ। ਇਹ FIR ਜਿੰਨੀਆਂ ਵੀ ਹੋ ਰਹੀਆਂ ਆਪਣੇ ਆਪ ਦੇ ਵਿੱਚ ਸਾਡੇ ਵਾਸਤੇ ਤੇ ਬੜੀ ਸ਼ਰਮਿੰਦਗੀ ਦੀ ਗੱਲ ਹੈ। ਜਿੱਥੇ ਗੱਲ ਆ ਗਈ ਸਿਰਸਾ ਹੋਰਾਂ ਦੀ, ਇਹਨਾਂ ਦਾ ਸਮਾਂ ਥੋੜਾ ਘੱਟ ਹੈਗਾ। ਹੁਣ ਦੇ ਮੌਜੂਦਾ ਪ੍ਰਧਾਨਾਂ ਨੂੰ ਵੀ ਔਰ ਆਉਣ ਵਾਲੇ ਪ੍ਰਧਾਨਾਂ ਨੂੰ ਵੀ ਆਪਣੇ ਕਿਰਦਾਰ ਨੂੰ ਕਾਇਮ ਰੱਖੋ। ਕੌਮ ਦੇ ਵਾਸਤੇ ਜੇਕਰ ਤੁਸੀਂ ਕੁਝ ਵੀ ਕਰਨਾ ਤੁਹਾਡਾ ਕੁਝ ਸਵਾਲ ਮੌਜੂਦਾ ਪ੍ਰਧਾਨ ਦੇ ਕਿਰਦਾਰ ਨੂੰ ਤੁਸੀਂ ਕਿਵੇਂ ਵੇਖਦੇ ਹੋ? ਲਾਸਟ ਸਵਾਲ ਤੇ ਐਂਡ। ਨਹੀਂ ਦੇਖੋ ਜੀ, ਕਿਰਦਾਰ ਤੇ ਸਾਰਿਆਂ ਦੇ ਹੀ ਮਿਲੇ ਜੁਲੇ ਨੇ। ਦੇਖੋ ਜੀ, ਜੇਕਰ ਅਸੀਂ ਗੱਲ ਕਰੀਏ ਤਜਰਬੇ ਦੀ, ਜੇਕਰ ਅਸੀਂ ਗੱਲ ਕਰੀਏ ਕੰਮ ਕਰਨ ਦੀ, ਮੇਰੇ ਤਿੰਨਾਂ ਪ੍ਰਧਾਨਾਂ ਦੇ ਨਾਲ ਚੰਗੇ ਰਿਲੇਸ਼ਨ ਨੇ। ਜੇਕਰ ਪੰਥ ਦੇ ਕੰਮ ਵਾਸਤੇ ਮੈਂ ਸਰਨਾ ਜੀ ਕੋਲ ਕਦੀ ਗਿਆ ਜਦੋਂ ਪ੍ਰਧਾਨ ਸੀ, ਉਹਨਾਂ ਨੇ ਉਹ ਕੰਮ ਕੀਤਾ। ਅਸੀਂ ਕੀ ਕਰ ਰਹੇ ਹਾਂ ਬੇਸਿਕਲੀ, ਅਸੀਂ ਪੋਲੀਟੀਕਲ ਮਾਈਂਡ ਦੇ ਨਾਲ ਪ੍ਰਧਾਨਗੀਆਂ ਨੂੰ ਚਲਾ ਰਹੇ ਹਾਂ। ਇਹ ਪੋਲੀਟੀਕਲ ਮਾਈਂਡ ਨਹੀਂ ਚਾਹੀਦਾ ਇੱਥੇ। ਇੱਥੇ ਗੁਰੂ ਦਾ ਸੇਵਕ ਚਾਹੀਦਾ ਹੈ ਜਿਹੜਾ ਸਿਰਫ ਪੰਥ ਦੀ ਗੱਲ ਕਰੇ। ਸਾਡੇ ਨਾਲ ਮੌਜੂਦ ਹੈਗੇ ਨੇ ਕਮਾਲਜੀਤ ਸਿੰਘ ਜੀ, ਇੱਕ ਸਿੱਖ ਜਗਤ ਦੇ ਆਪਣਾ ਰੁਤਬਾ ਰੱਖਦੇ ਨੇ, ਆਪਣੀ ਗੱਲ ਨੂੰ ਬੜੀ ਬੇਬਾਕੀ ਨਾਲ ਰੱਖਣ ਵਾਸਤੇ ਮਸ਼ਹੂਰ ਹੈਗੇ ਨੇ। ਕਮਾਲਜੀਤ ਸਿੰਘ ਜੀ, ਸਵਾਲ ਬੜਾ ਸਿੰਪਲ ਜਿਹਾ ਹੈਗਾ ਹੈ ਤੇ ਪਹਿਲਾ ਸਵਾਲ, ਗੁਰੂ ਤੇਗ ਬਹਾਦਰ ਹਿੰਦੀ ਚਾਦਰ ਅਸੀਂ ਕਹਿੰਦੇ ਆ, 9ਵੀਂ ਪਾਤਸ਼ਾਹੀ ਦਾ ਗੁਰਪੁਰਬ ਆ ਰਿਹਾ ਹੈ, ਕਿਹੋ ਜਿਹਾ ਲੱਗ ਰਿਹਾ, ਕਿਹੋ ਜਿਹਾ ਮਾਣ ਮਹਿਸੂਸ ਹੋ ਰਿਹਾ ਹੈ? ਪਹਿਲੇ ਤੇ ਜੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ, ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਦੀ ਹੋਈ ਹੈ। ਔਰ ਸ਼ਹਾਦਤਾਂ ਇੱਥੇ ਤੱਕ ਰੁਕੀਆਂ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ 4 ਸਾਹਿਬਜ਼ਾਦੇ, ਔਰ ਸ਼ਹਾਦਤਾਂ ਤੇ ਅੱਜ ਤੱਕ ਚਲਦੀਆਂ ਚਲੀਆਂ ਆ ਰਹੀਆਂ ਨੇ। ਮਾਣ ਦੀ ਗੱਲ ਹੈਗੀ ਹੈ ਕਿ ਸਾਡੇ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਨੇ ਸਿੱਖਾਂ ਦੇ ਵਿੱਚ, ਇਹ ਸਾਰੇ ਹਿਊਮਨ ਰਾਈਟਸ ਵਾਸਤੇ ਗੁਰੂ ਨਾਨਕ ਸਾਹਿਬ ਨੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਸੀ। ਹੀ ਵਾਸ ਦਾ ਫਸਟ ਹਿਊਮਨ ਰਾਈਟ ਐਕਟਿਵਿਸਟ। ਜੇਕਰ ਮੈਂ ਕਹਾਂ, ਗੁਰੂ ਨਾਨਕ ਸਾਹਿਬ ਨੇ ਇਹ ਆਵਾਜ਼ ਪਹਿਲਾਂ ਤੋਂ ਸ਼ੁਰੂ ਕਰ ਦਿੱਤੀ। ਉਹ ਬੰਤਰ ਬਣਾਉਂਦੇ ਬਣਾਉਂਦੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਨੇ ਉਹਨੂੰ ਇੱਕ ਨਵਾਂ ਅਮਲੀ ਜਾਮਾ ਪਹਿਨਾ ਦਿੱਤਾ। ਜਿੱਥੇ ਤੱਕ ਗੱਲ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ, ਅਸੀਂ ਤੇ ਸਿਰਫ ਨਮਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ। ਔਰ ਉਹਨਾਂ ਦੀ ਸ਼ਹਾਦਤ ਦੀ ਇੱਕ ਸਭ ਤੋਂ ਖੂਬਸੂਰਤ ਗੱਲ, ਤੁਸੀਂ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਉਹਨਾਂ ਸ਼ਹਾਦਤਾਂ ਦੀ ਖੂਬਸੂਰਤੀ ਦੇਖੋ ਕਿ ਕਿਸੇ ਵੀ ਸ਼ਹਾਦਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਨਹੀਂ ਕੀਤਾ। ਅੱਜ ਤੱਕ ਕੋਈ ਵੀ ਹਿਸਟੋਰੀਅਨ ਜਾਂ ਸਿੱਖ ਸਿਆਸੀ ਲੋਕ ਇਸ ਗੱਲ ਨੂੰ ਸ਼ਾਇਦ ਪੜ੍ਹ ਹੀ ਨਹੀਂ ਪਾਏ, ਕਿਉਂਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਪੜ੍ਹੇ। ਸ਼ਹਾਦਤਾਂ ਸਾਡੇ 'ਚ ਬਹੁਤ ਹੋਈਆਂ, ਲੇਕਿਨ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਫਾਈਨਲ ਕੰਪਾਈਲੇਸ਼ਨ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਜੇਕਰ ਉਹ ਚਾਹੁੰਦੇ ਤੇ ਆਪਣੇ ਦਾਦਾ ਜੀ, ਆਪਣੇ ਪਿਤਾ, ਆਪਣੇ ਬੱਚਿਆਂ ਦੀ, ਆਪਣੀ ਸਾਰਿਆਂ ਦੀ ਸ਼ਹਾਦਤਾਂ ਉਹਦੇ 'ਚ ਦਰਜ ਕਰਦੇ। ਲੇਕਿਨ ਇਸ ਤੋਂ ਵੱਡਾ ਨਿਮਾਣਾਪਨ ਕੀ ਹੋਏਗਾ ਕਿ ਉਹਨਾਂ ਨੇ ਸ਼ਹਾਦਤਾਂ ਹੀ ਨਹੀਂ ਦਰਜ ਕੀਤੀਆਂ ਕਿ ਕੱਲ੍ਹ ਨੂੰ ਲੋਕਾਂ ਨੂੰ ਇਹ ਨਾ ਲੱਗੇ ਕਿ ਇਹ ਸਿੱਖਾਂ ਨੇ ਗਲੋਰੀਫਾਈ ਕਰਨ ਵਾਸਤੇ, ਆਪਣੇ ਆਪ ਨੂੰ ਵੱਡਾ ਕਰਨ ਵਾਸਤੇ ਸ਼ਹਾਦਤਾਂ ਦੱਸੀਆਂ ਜਾ ਰਹੀਆਂ। ਨਿਮਾਣੇਪਨ ਦੀ ਮੈਂ ਗੱਲ ਕਰਦਾ, ਉਸ ਨਿਮਾਣੇਪਨ ਨੂੰ ਕਿ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਆਪਣੇ ਉੱਤੇ ਨਹੀਂ ਵਰਤਿਆ, ਕਿਉਂਕਿ ਸਵਾਲ ਇਹ ਉੱਠਦਾ ਹੈ ਕਿ ਉਹਨਾਂ ਦੀ ਪਿਛਲੇ ਵਾਈਡ ਵਾਇਰਲ ਹੋ ਰਹੀ ਹੈ ਕਿ ਅੱਜ ਜਿਹੜੇ ਸਿੱਖ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਰਿਹਾ ਹੈ, ਤੇ ਸ਼ਾਇਦ ਮੇਰੇ ਦਿੱਲੀ ਕਮੇਟੀ ਕਰਕੇ, ਸਿਰਸਾ ਜੀ ਕਰਕੇ ਕਰ ਰਿਹਾ। ਤੁਸੀਂ ਇਹਦੇ ਤੇ ਕੀ ਵਿਚਾਰ ਰੱਖਦੇ ਹੋ? ਅੱਛਾ, ਮੈਂ ਮਾਫੀ ਚਾਹੁੰਦਾ, ਮੈਂ ਬਾਈਟ ਦੇਖੀ ਨਹੀਂ ਹੈ, ਮੈਨੂੰ ਭੇਜਣਾ ਜ਼ਰੂਰ ਇੱਕ ਵਾਰੀ। ਲੇਕਿਨ ਦੇਖੋ ਗੱਲ ਇਸ ਤਰ੍ਹਾਂ, ਕੋਈ ਵੀ ਇੰਡੀਵਿਜੂਅਲ ਜੇਕਰ ਇਹ ਗੱਲ ਕਵੇ ਕਿ ਮੇਰੀ ਵਜ੍ਹਾ ਕਰਕੇ ਇਹ ਇਸ ਤਰ੍ਹਾਂ ਹੋ ਰਿਹਾ ਹੈ, ਇਹ ਸਿੱਖੀ ਸਿਧਾਂਤ ਹੀ ਨਹੀਂ ਹੈਗਾ। ਕਿ ਗੁਰੂ ਸਾਹਿਬ ਨੇ, ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਗੱਲ ਕਰੀਏ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਗੱਲ ਨੂੰ ਕੋਈ ਪ੍ਰਚਲਿਤ ਕੀਤਾ ਕਿ ਮੇਰੇ ਪਿਤਾ ਨੇ ਸ਼ਹਾਦਤ ਦਿੱਤੀ ਤੇ ਇਹਨਾਂ ਵਾਸਤੇ ਦਿੱਤੀ? ਨਹੀਂ। ਜਦੋਂ ਅਸੀਂ ਕੋਈ ਵੀ ਸੇਵਾ ਕਰਨੇ ਆ, ਉਹ ਸੇਵਾ ਦਾ ਮਤਲਬ ਇਹ ਹੁੰਦਾ ਹੈਗਾ ਕਿ ਉਹਦੇ 'ਚ ਮੈਂ ਖਤਮ ਹੋ ਜਾਣੀ ਚਾਹੀਦੀ ਹੈ। ਕਿਉਂਕਿ ਬਾਣੀ ਕਹਿੰਦੀ ਹੈ ਨਾ, ਕਰਤਾ ਪੁਰਖ, ਤੁਹਾਨੂੰ ਕਰਤਾ ਪ੍ਰਮੁੱਖ ਰੱਖਣਾ ਪਏਗਾ। ਕਰਤਾ ਨੂੰ ਹੀ ਪ੍ਰਮੁੱਖ ਰੱਖੋਗੇ ਤੇ ਤੁਹਾਡੇ ਆਪਣ ਦਾ ਜਿਹੜੀ ਈਗੋ ਹੈ ਉਹ ਸਾਈਡ ਹੋ ਜਾਏਗੀ। ਵਰਡ ਟੂ ਵਰਡ ਸੁਣਾ ਦੱਸ ਦਿੰਨਾ ਕਿ ਉਹਨਾਂ ਨੇ ਕਿਹਾ ਕਿ ਦਿੱਲੀ ਕਮੇਟੀ ਜਦੋਂ ਤੋਂ ਆਈ ਹੈ, ਜਦੋਂ ਅਸੀਂ ਹੁਣ ਤੇ ਆਏ ਆ, ਅੱਜ ਸਿੱਖ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਰਿਹਾ ਹੈ। ਦਿੱਲੀ ਪੁਲਿਸ ਤੋਂ, ਚਾਹੇ ਦਿੱਲੀ ਦਾ ਸਿੱਖ ਹੋਵੇ ਚਾਹੇ ਬੰਗਾਲ ਦਾ ਸਿੱਖ, ਸਾਡੇ ਕਰਕੇ ਸੇਫ ਮਹਿਸੂਸ ਕਰ ਰਿਹਾ ਹੈ। ਕਿ ਸਿਰਸਾ ਜੀ ਕਰਕੇ ਸੇਫ ਮਹਿਸੂਸ ਕਰ ਰਿਹਾ ਜਾਂ ਕਾਲਪੁਰਖ ਕਰਕੇ ਸੇਫ ਮਹਿਸੂਸ ਕਰ ਰਿਹਾ? ਨਹੀਂ ਜੀ, ਬਿਲਕੁਲ ਜੀ। ਸਿੱਖ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਸੇਫ ਬਾਅਦ ਚੋਂ ਮਹਿਸੂਸ ਕਰਾਉਂਦਾ ਹੈ। ਪਹਿਲੇ ਜਿਹੜਾ ਜ਼ਰੂਰਤਮੰਦ ਹੈ ਉਹਨੂੰ ਮਹਿਸੂਸ ਕਰਾਉਂਦਾ ਹੈ ਕਿ ਉਹ ਸੇਫ ਹੈ ਉਹਨਾਂ ਦੇ ਨਾਲ। ਤੇ ਕਿਸੇ ਇੰਡੀਵਿਜੂਅਲ ਦੇ ਕਹਿਣ ਦੇ ਉੱਪਰ ਕੋਈ ਸੇਫ ਨਹੀਂ ਹੋ ਸਕਦਾ। ਇਹ ਤੇ ਅਕਾਲ ਪੁਰਖ ਸਾਹਿਬ, ਜਦੋਂ ਅਕਾਲ ਪੁਰਖ ਆਪ ਵਰਤ ਰਿਹਾ ਹੋਵੇ ਤੇ ਸੇਫ। ਔਰ ਸਾਡੀ ਜਿਹੜੀ ਸਿੱਖਾਂ ਦੇ ਅੰਦਰ ਜਿਹੜਾ DNA ਹੈ ਉਹ ਸੇਵਾ ਔਰ ਸਮਰਪਣ ਦਾ ਹੈ। ਤੇ ਜਿਹਦੇ ਵਿੱਚ ਸੇਵਾ ਔਰ ਸਮਰਪਣ ਹੋਏਗੀ ਔਰ ਕਰਤਾ ਨੂੰ ਪ੍ਰਮੁੱਖ ਰੱਖਿਆ ਜਾਏਗਾ,
ਉਹ ਵੈਸੇ ਹੀ ਕਿਸੇ ਤੋਂ ਨਹੀਂ ਡਰਦਾ। ਉਹ ਸੇਫ ਕਿਉਂ, ਕੋਈ ਮੈਂ ਆਪਣੇ ਆਪ ਨੂੰ ਕਿਸੇ ਦੇ ਕਹਿਣ ਤੇ ਸੇਫ ਕਿਉਂ ਫੀਲ ਕਰਾਂਗਾ? ਜੇਕਰ ਮੈਂ ਗੁਰੂ ਦਾ ਸਿੱਖ ਹਾਂ ਤੇ ਮੈਂ ਆਪਣੇ ਆਪ 'ਚ ਪਹਿਲੇ ਹੀ ਸੇਫ ਹੈਗਾ ਵਾ ਬੇਸਿਕਲੀ। ਸਵਾਲ ਹੈ ਕਿ ਸੇਫ ਤੇ ਫਿਰ ਵੀ ਨਹੀਂ ਹੈਗੇ, ਕਿਉਂਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਸਕੂਲ ਸੇਵ ਨਹੀਂ ਹੈਗੇ, ਟੀਚਰ ਦੀ ਸੈਲਰੀ ਸੇਵ ਨਹੀਂ ਹੈਗੀ ਆ, ਉਹਦੇ ਉਹਨਾਂ ਦੀ ਗੱਲ ਨਹੀਂ ਆਉਂਦੀ। ਤੁਹਾਡਾ ਕੀ ਵਿਚਾਰ ਹੈਗਾ? ਦੇਖੋ ਜੀ, ਉਹ ਸਾਡੇ ਵਾਸਤੇ ਬੜਾ ਹੀ ਜ਼ਰੂਰੀ ਵਿਸ਼ਾ ਹੈਗਾ, ਕਿਉਂਕਿ ਅਸੀਂ ਆਪਣੀਆਂ ਸੇਵਾਵਾਂ ਬਾਹਰ ਤੱਕ ਨਹੀਂ ਲੈ ਕੇ ਆਉਂਦੇ, ਕਿਉਂਕਿ ਅਸੀਂ ਨਹੀਂ ਕਰ ਰਹੇ ਹੁੰਦੇ, ਗੁਰੂ ਕਰ ਰਿਹਾ ਹੁੰਦਾ। ਲੇਕਿਨ ਸਾਡੇ ਕੋਲ ਰੋਜ਼ ਦੇ 3 ਤੋਂ 4 ਕਾਲਸ ਨੇ ਜਿਹਦੇ ਵਿੱਚ ਬੱਚਿਆਂ ਦੀ ਫੀਸਾਂ ਦੇ ਮਸਲੇ ਨੇ, ਔਰ ਗੁਰੂ ਕੀ ਸੰਗਤ ਐਸੀ ਕਮਾਲ ਦੀ ਗੁਰੂ ਕੀ ਸੰਗਤ ਹੈ ਕਿ ਰੋਜ਼ ਉਹਨਾਂ ਦੀਆਂ ਫੀਸਾਂ ਜਮ੍ਹਾਂ ਹੋ ਰਹੀਆਂ। ਇਹ ਤੁਸੀਂ ਚਿਹਰਾ ਸਿਰਫ ਮੇਰਾ ਦੇਖ ਰਹੇ ਹੋ ਕਿ ਮੈਂ ਗੱਲ ਕਹਿ ਰਿਹਾ, ਮੇਰਾ ਉਹਦੇ 'ਚ ਕੁਝ ਵੀ ਨਹੀਂ ਹੈਗਾ। ਕਰਤਾ ਆਪ ਹੈ, ਸੰਗਤ ਕਰ ਰਹੀ ਹੈ, ਲੇਕਿਨ ਰੋਜ਼ ਦੀਆਂ ਕਾਲਸ ਨੇ ਕਿ ਬੱਚਿਆਂ ਦੀਆਂ ਫੀਸਾਂ ਲੋਕ ਦੇ ਨਹੀਂ ਪਾ ਰਹੇ, ਔਰ ਬੱਚਿਆਂ ਦੀ ਪ੍ਰੋਬਲਮਸ ਨੇ। ਸਾਡੇ ਸਿੱਖ ਕੌਮ ਨੂੰ ਛੱਡ ਦਿਓ, ਭਾਵੇਂ ਕੋਈ ਵੀ ਹੋਵੇ, ਹੁਣੇ ਵੀ ਫੋਨ ਵੱਜ ਰਹੇ ਸੀ ਕਿਸੇ ਦੇ, ਭਾਵੇਂ ਉਹ ਕਿਸੇ ਵੀ ਮਜ਼ਹਬ ਤੋਂ ਹੋਣ, ਉਹਨਾਂ ਦੇ ਘਰ ਵਿਆਹ ਹੈਗਾ। ਸਿੱਖ ਦੇ ਤੌਰ ਦੇ ਉੱਪਰ ਅਸੀਂ ਜੋ ਜਿਹਦੀ ਸੇਵਾ ਕਰ ਸਕਨੇ ਹਾਂ ਅਸੀਂ ਕਰਨੇ ਆ, ਸਾਨੂੰ ਕਰਨੀ ਚਾਹੀਦੀ ਹੈ। ਲੇਕਿਨ ਕੌਮ ਦੀ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਉਹ 4 ਚੀਜ਼ਾਂ ਦੀ, ਉਹ ਅੱਜ ਤੋਂ ਨਹੀਂ ਸ਼ੁਰੂ ਤੋਂ ਰਹੀ ਹੈ। ਸਭ ਤੋਂ ਪਹਿਲੇ ਹੈ ਜੀ ਐਜੂਕੇਸ਼ਨ। ਐਜੂਕੇਸ਼ਨ, ਦੁਨਿਆਵੀ ਐਜੂਕੇਸ਼ਨ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਐਜੂਕੇਸ਼ਨ, ਇਹ ਦੋਨੋਂ ਚੀਜ਼ਾਂ ਪੈਰਲਲ ਚਾਹੀਦੀਆਂ। ਉਸ ਤੋਂ ਬਾਅਦ ਸਾਨੂੰ ਚਾਹੀਦੀ ਹੈਗੀ ਹੈ ਜੀ ਕਿ ਸਾਡੇ ਜਿਹੜੇ ਬੱਚੇ ਨੇ, ਯੂਥ ਹੈ, ਉਹਨਾਂ ਨੂੰ ਜੌਬਸ ਕਿਵੇਂ ਮਿਲਣ। ਤੀਸਰਾ, ਸਾਡੇ ਜਿਹੜੇ ਬਜ਼ੁਰਗਾਂ ਨੂੰ ਇਸ ਵੇਲੇ ਬਿਮਾਰੀਆਂ ਨੇ, ਦਵਾਈਆਂ ਔਰ ਮੈਡੀਕਲ ਜਿਹੜੀ ਅਸਿਸਟੈਂਸ ਹੈ ਉਹ ਸਾਨੂੰ ਚਾਹੀਦੀ ਹੈ। ਔਰ ਚੌਥਾ ਜਿਹੜਾ ਸਾਨੂੰ ਜਿਹਦੇ ਤੇ ਤਵੱਜੋ ਦੇਣੀ ਚਾਹੀਦੀ ਹੈ ਕਿ ਸਾਨੂੰ ਇਹ ਮਾਰਬਲ ਔਰ ਸੋਨੇ ਦੀਆਂ ਪਾਲਕੀਆਂ ਤੋਂ ਅਸੀਂ ਕਦੋਂ ਨਿਜਾਤ ਲਾਵਾਂਗੇ, ਅਸੀਂ ਗਲੀ ਗਲੀ ਥਾਂ ਥਾਂ ਲੰਗਰ ਲਾਣੇ ਕਦੋਂ ਬੰਦ ਕਰਾਂਗੇ ਕਿ ਅਸੀਂ ਕੌਮ ਨੂੰ ਮਜ਼ਬੂਤ ਕਰ ਸਕੀਏ, ਆਪਣੇ ਯੂਥ ਨੂੰ ਕਰ ਸਕੀਏ। ਔਰ ਜੇਕਰ ਕੋਈ ਅਹੁਦੇਦਾਰ ਇਹਨਾਂ ਨੂੰ ਨਹੀਂ ਕਰ ਰਿਹਾ ਤੇ ਫਿਰ ਉਹਨੂੰ ਆਪਣੇ ਵਿੱਚ ਸਵੈਮ ਪੜਚੋਲ ਕਰਨੀ ਚਾਹੀਦੀ। ਸਿਰਫ ਤਾਂ ਇਹੀ ਕਹਿ ਰਹੇ ਕਿ ਸਿੱਖਾਂ ਦਾ ਬੜਾ ਨਾਂ ਹੋਇਆ, ਬੜਾ ਮਾਣ ਮਿਲਿਆ ਜਦੋਂ ਅੱਜ ਰੋਟੀ ਤੇ ਬੰਦਾ ਨਾ ਜਾਂਦਾ ਨਜ਼ਰ ਆਉਂਦਾ ਸੀ ਨਾ, ਭੁੱਖਾ ਨਜ਼ਰ ਆਉਂਦਾ ਸੀ, ਕਹਿੰਦਾ ਸਿੱਖ ਨਜ਼ਰ ਆ ਗਿਆ, ਉਹਨੂੰ ਰੋਟੀ ਮਿਲ ਗਈ। ਦਿੱਲੀ ਕਮੇਟੀ ਕਰਕੇ ਸਿੱਖਾਂ ਨੂੰ ਅੱਜ ਇੰਨਾ ਮਾਣ ਮਿਲ ਰਿਹਾ ਹੈ, ਤੇ ਉਹੀ ਸਿੱਖਾਂ ਦੇ ਜਿਹੜੇ ਸਕੂਲ ਹੈਗੇ ਨੇ ਉਹਨਾਂ ਟੀਚਰਾਂ ਨੂੰ ਸੈਲਰੀ ਨਹੀਂ ਮਿਲ ਰਹੀ, ਪਰੇਸ਼ਾਨ ਹੋ ਰਹੇ ਨੇ। ਮਤਲਬ ਇਹ ਕੰਟਰਡਿਕਸ਼ਨ ਆਪਣੀ ਹੀ ਸਵਾਲਾਂ ਤੇ ਕਿਉਂ ਆਉਂਦੀ ਹੈ? ਦੇਖੋ ਜੀ, ਉਹ ਇਸ ਵੇਲੇ ਇਸ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਦੇ ਕੋਲ ਸਰਮਾਇਆ ਹੈ, ਉਹ ਸਰਮਾਏ ਨੂੰ ਕਿਵੇਂ ਇਸਤੇਮਾਲ ਕਰ ਰਹੇ ਨੇ ਉਹ ਬਿਹਤਰ ਜਾਣਦੇ ਨੇ। ਬਾਕੀ ਜਿੱਥੇ ਤੱਕ ਗੱਲ ਹੈਗੀ ਹੈ ਕਿ ਇਹ ਜਿਹੜੇ ਮਸਲੇ ਨੇ, ਇਹ ਮਸਲੇ ਸੰਗਤ ਨੂੰ ਚੁੱਕਣੇ ਪੈਣੇ ਨੇ। ਸਾਡੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ, ਸੰਗਤ ਜਿਹੜੀ ਹੈ ਨਾ, ਉਹ ਆਮ ਲੋਕਾਂ ਦੇ ਵਿੱਚ ਜਦੋਂ ਉਹਨਾਂ ਦੇ ਘਰ ਮੈਂਬਰ ਆਂਦਾ ਹੈ, ਵੋਟ ਮੰਗਣ ਆ ਰਿਹਾ, ਅਸੀਂ ਉਹਦੇ ਬਹਾਵ ਦੇ ਵਿੱਚ ਆ ਕੇ ਕਿ ਇਹ ਸਾਡੇ 10 ਬੰਦਿਆਂ ਦੇ ਨਾਲ ਆਇਆ ਹੈ, ਅਸੀਂ ਇਹਨੂੰ ਸਪੋਰਟ ਕਰਨਾ ਹੈ, ਅਸੀਂ ਇਹਦੀ ਗੱਲ ਸੁਣਨੀ ਹੈ, ਸਾਨੂੰ ਇਹ ਕਰਨਾ ਬੰਦ ਕਰਨਾ ਪਏਗਾ। ਜਿਹੜਾ ਮੈਂਬਰ ਆ ਰਿਹਾ ਉਹਨੂੰ ਪਹਿਲੇ ਸਵਾਲ ਪੁੱਛੋ, ਤੂੰ ਕੌਮ ਵਾਸਤੇ ਕੀ ਕੀਤਾ ਹੈ ਔਰ ਤੂੰ ਕੀ ਕਰੇਂਗਾ। ਜੇਕਰ ਤੁਹਾਨੂੰ ਉਹਦੀ ਇਮਾਨਦਾਰੀ 'ਚ ਸ਼ੱਕ ਹੈ ਤੇ ਉਹਨੂੰ ਨਾ ਜਿਤਾਓ, ਉਹ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, ਕਿਉਂਕਿ ਇਮਾਨਦਾਰ ਲੋਕ ਹਰ ਪਾਰਟੀ ਦੇ ਸਾਰੇ ਨਹੀਂ ਮਿਲਣਗੇ, ਵੰਡ ਮਿਲਣਗੇ। ਔਰ ਜਿਹੜੇ ਵੀ ਬੰਦਿਆਂ ਨੁਮਾਇੰਦਿਆਂ ਨੂੰ ਤੁਸੀਂ ਚੁਣ ਕੇ ਲਿਆ ਰਹੇ ਹੋ, ਜੇਕਰ ਉਹ ਜਿੱਤਣ ਤੋਂ ਬਾਅਦ ਵੀ ਪੰਥ ਦੀ ਸੇਵਾ ਨਹੀਂ ਕਰ ਰਹੇ ਤੇ ਫਿਰ ਸੰਗਤ ਦਾ ਫਰਜ਼ ਬਣਦਾ ਜਦੋਂ ਸਟੇਜਾਂ ਤੇ ਆਣ, ਜਦੋਂ ਉਹਨਾਂ ਨੂੰ ਤੁਸੀਂ ਸਰੋਪੇ ਪਾ ਰਹੇ ਹੋ, ਉਹਨਾਂ ਨੂੰ ਸਵਾਲ ਪੁੱਛੋ। ਤੁਹਾਡੇ ਤੋਂ ਵੀ ਪਹਿਲਾਂ ਲਾਸਟ ਸਵਾਲ ਕਰਦਾ ਕਿ ਤੁਸੀਂ ਮੰਨਦੇ ਹੋ ਕਿ 2 FIR ਹੋਣ ਦੇ ਬਾਵਜੂਦ ਵੀ ਮੌਜੂਦਾ ਕਮੇਟੀ ਦੇ ਪ੍ਰਧਾਨ ਇਮਾਨਦਾਰ ਨੇ ਕਿ ਨਹੀਂ ਨੇ? ਦੇਖੋ ਜੀ, ਇਹ FIR ਜਿੰਨੀਆਂ ਵੀ ਹੋ ਰਹੀਆਂ ਆਪਣੇ ਆਪ ਦੇ ਵਿੱਚ ਸਾਡੇ ਵਾਸਤੇ ਤੇ ਬੜੀ ਸ਼ਰਮਿੰਦਗੀ ਦੀ ਗੱਲ ਹੈ ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਵੀ ਜਿਹੜੇ ਅਹੁਦੇਦਾਰ ਨੇ ਉਹ ਇਹ ਕਹਿ ਰਹੇ ਨੇ ਜੀ ਕਿ ਅਸੀਂ ਲੰਗਰ ਲਗਾ ਰਹੇ ਹਾਂ ਔਰ ਦੁਨੀਆ ਦੇ ਵਿੱਚ ਸਿੱਖਾਂ ਨੂੰ ਜਾਣਿਆ ਜਾ ਰਿਹਾ ਹੈ, ਤੇ ਫਿਰ ਉਸੇ ਦੁਨੀਆ ਦੇ ਵਿੱਚ ਸਿੱਖਾਂ ਨੂੰ ਇਹ ਵੀ ਤੇ ਜਾਣਿਆ ਜਾ ਰਿਹਾ ਕਿ ਸਾਡੇ ਪ੍ਰਧਾਨਾਂ ਦੇ ਉੱਪਰ FIR ਹੋ ਰਹੀਆਂ। ਜਿੱਥੇ ਅਸੀਂ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉੱਥੇ ਅਸੀਂ ਬਦਨਾਮੀ ਵੀ ਮੋਲ ਲੈ ਰਹੇ ਹਾਂ, ਔਰ ਇਹ ਪਹਿਲੇ ਕਦੀ ਸੁਣਨ ਨੂੰ ਨਹੀਂ ਮਿਲਿਆ। ਸੋ ਮੇਰੀ ਬੇਨਤੀ ਹੈ ਹੁਣ ਦੇ ਮੌਜੂਦਾ ਪ੍ਰਧਾਨਾਂ ਨੂੰ ਵੀ ਔਰ ਆਉਣ ਵਾਲੇ ਪ੍ਰਧਾਨਾਂ ਨੂੰ ਵੀ ਆਪਣੇ ਕਿਰਦਾਰ ਨੂੰ ਕਾਇਮ ਰੱਖੋ। ਕੌਮ ਦੇ ਵਾਸਤੇ ਜੇਕਰ ਤੁਸੀਂ ਕੁਝ ਵੀ ਕਰਨਾ ਤੁਹਾਡਾ ਕੁਝ ਸਵਾਲ ਮੌਜੂਦਾ ਪ੍ਰਧਾਨ ਦੇ ਕਿਰਦਾਰ ਨੂੰ ਤੁਸੀਂ ਕਿਵੇਂ ਵੇਖਦੇ ਹੋ? ਲਾਸਟ ਸਵਾਲ ਤੇ ਐਂਡ। ਨਹੀਂ, ਦੇਖੋ ਜੀ, ਕਿਰਦਾਰ ਤੇ ਸਾਰਿਆਂ ਦੇ ਹੀ ਮਿਲੇ ਜੁਲੇ ਨੇ। ਇਹ ਮੈਂ ਐਵੇਂ ਕਹਾਂ ਕਿ ਵੀ ਸਾਰੇ ਸਾਧੂ ਨੇ ਤੇ ਸਾਰੇ ਉਹ ਨੇ, ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਲਾਸਟ ਕੋਈ ਕਮੈਂਟ ਕਿਉਂ ਨਹੀਂ ਦੇਣਾ ਚਾਹੁੰਦੇ? ਦੇਖੋ, ਨਹੀਂ, ਗੱਲ ਇਸ ਤਰ੍ਹਾਂ, ਮੈਂ ਕਿਸੇ ਦੇ ਬਾਰੇ ਵੀ, ਕਿਉਂਕਿ ਜੇਕਰ ਮੈਂ ਗੱਲ ਗੁਰਮਤਿ ਦੀ ਕਰਾਂ ਤੇ ਗੁਰਮਤਿ ਦੇ ਵਿੱਚ ਅਸੀਂ ਕਿਸੇ ਦੇ ਬੁਰਾਈਆਂ ਨੂੰ ਕੁਰੇਦ ਕੇ ਬਾਹਰ ਲਿਆਣਾ ਉਹ ਸਾਡੀ, ਲੇਕਿਨ ਇਹਨੂੰ ਮੈਂ ਸਵਾਲ ਤਾਂ ਕਰ ਰਿਹਾ ਬਾਰ-ਬਾਰ ਕਿਉਂਕਿ ਹੁਣ ਆ ਰਹੇ ਨੇ ਚੋਣਾਂ ਦੇ ਦੌਰਾਨ ਸੰਗਤ ਨੂੰ ਚੁਣਨਾ ਕੌਣ ਚੰਗਾ ਤੇ ਕੌਣ ਮਾੜਾ, ਕੌਣ ਸਿੱਖਾਂ ਦੇ ਅੱਗੇ ਲੈ ਕੇ ਜਾਏਗਾ ਤੇ ਕੌਣ ਨੁਮਾਇੰਦਗੀ ਕਰੇਗਾ ਬਿਹਤਰੀ ਵਾਸਤੇ। ਤੇ ਤੁਹਾਨੂੰ ਲੱਗਦਾ ਹੈ ਕਿ ਮੌਜੂਦਾ ਪ੍ਰਧਾਨ ਬਿਹਤਰੀ ਵਾਸਤੇ ਨੁਮਾਇੰਦਗੀ ਕਰ ਰਿਹਾ ਤਾਂ ਉਹਨਾਂ ਦਾ ਸਪੋਰਟ ਕਰੋ, ਜੇ ਕੋਈ ਹੋਰ ਕਰ ਰਿਹਾ ਤਾਂ ਉਹਦਾ ਸਪੋਰਟ ਕਰੋ। ਇਹ ਜਿਹੜੀ ਗੱਲ ਤੁਸੀਂ ਪਰਦੇ ਦੇ ਪਿੱਛੇ ਕਰਦੇ ਹੋ ਸ਼ਾਇਦ ਉਹਦੇ ਨਾਲ ਸੰਗਤ ਨੂੰ ਪਿਓਰ ਮੈਸੇਜ ਨਹੀਂ ਜਾ ਪਾਉਂਦਾ। ਦੇਖੋ, ਗੱਲ ਕਿਉਂਕਿ ਮਸਲਾ ਹੈਗਾ ਨਾ ਕਿ
ਜਿਹੜੇ ਪਹਿਲੇ ਨੇ ਜਾਂ ਜਿਹੜੇ ਹੁਣ ਨੇ ਜਾਂ ਜਿਹੜੇ ਕੱਲ ਨੂੰ ਆਣਗੇ, ਕੰਪੈਰੀਜ਼ਨ ਤਾਂ ਕੀਤਾ ਜਾਂਦਾ ਹੈ ਜਦੋਂ ਸਾਡੇ ਕੋਲ ਸਾਰੀਆਂ ਚੀਜ਼ਾਂ ਕਲੈਰਿਟੀ ਦੇ ਵਿੱਚ ਆਣ। ਔਰ ਦੂਸਰੀ ਗੱਲ ਹੈਗੀ ਹੈ ਕਿ ਅਸੀਂ ਜੇਕਰ ਕਿਸੇ ਨੂੰ ਮਾੜਾ ਕਹਿ ਰਹੇ ਹਾਂ, ਮੈਂ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲੇ ਆਪਣੇ ਅੰਦਰ ਗਰੇਬਾਨ 'ਚ ਝਾਂਕਦਾ ਵਾਂ, ਤੇ ਮੈਨੂੰ ਲੱਗਦਾ ਕਿ ਮੈਂ ਆਪ ਮੇਰੇ ਆਪਣੇ 'ਚ ਇੰਨੀਆਂ ਕਮੀਆਂ ਨੇ, ਮੈਂ ਆਪਣੀ ਕੌਮ ਵਾਸਤੇ ਕੁਝ ਨਹੀਂ ਕਰ ਪਾ ਰਿਹਾ, ਤੇ ਜਿਹਦੇ ਕੋਲ ਅਹੁਦਾ ਹੈਗਾ ਉਹਨੂੰ ਉਸ ਤੋਂ ਵੱਧ ਕਰਨਾ ਚਾਹੀਦਾ ਜੋ ਉਹ ਕਰ ਰਿਹਾ, ਤੇ ਜੇਕਰ ਉਹ ਨਹੀਂ ਕਰ ਰਿਹਾ ਤੇ ਫਿਰ ਉਹਨੂੰ ਸਵੈਂ ਪੜਚੋਲ ਕਰਨੀ ਚਾਹੀਦੀ ਹੈ ਔਰ ਉਹਨੂੰ ਬਿਹਤਰ ਕਰਨਾ ਚਾਹੀਦਾ। ਉਹ ਭਾਵੇਂ ਹੁਣ ਨੇ ਤੇ ਭਾਵੇਂ ਕੁਝ ਦਿਨ ਨੇ ਜਾਂ ਭਾਵੇਂ ਕੁਝ ਮਹੀਨੇ ਨੇ, ਲੇਕਿਨ ਉਹਨਾਂ ਨੂੰ ਆਪਣੀ ਸਵੈਂ ਪੜਚੋਲ ਕਰਕੇ ਪੰਥ ਵਾਸਤੇ ਕੁਝ ਕਰਨਾ ਚਾਹੀਦਾ ਹੈ। ਹੁਣ ਸਾਹਮਣੇ ਤਿੰਨ ਪ੍ਰਧਾਨ ਨਜ਼ਰ ਆ ਰਹੇ ਨੇ, ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ, ਪਰਮਜੀਤ ਸਿੰਘ ਸਰਨਾ ਜੀ, ਤਿੰਨਾਂ ਨੂੰ ਰੈਂਕਿੰਗ ਦੇਣੀ ਹੈ, ਕੀ ਰੈਂਕਿੰਗ ਦੇਵੋਗੇ? ਦੇਖੋ ਜੀ, ਜੇਕਰ ਅਸੀਂ ਗੱਲ ਕਰੀਏ ਤਜਰਬੇ ਦੀ, ਜੇਕਰ ਅਸੀਂ ਗੱਲ ਕਰੀਏ ਕੰਮ ਕਰਨ ਦੀ, ਮੇਰੇ ਤਿੰਨਾਂ ਪ੍ਰਧਾਨਾਂ ਦੇ ਨਾਲ ਚੰਗੇ ਰਿਲੇਸ਼ਨ ਨੇ। ਜੇਕਰ ਪੰਥ ਦੇ ਕੰਮ ਵਾਸਤੇ ਮੈਂ ਸਰਨਾ ਜੀ ਕੋਲ ਕਦੀ ਗਿਆ ਜਦੋਂ ਪ੍ਰਧਾਨ ਸੀ, ਉਹਨਾਂ ਨੇ ਉਹ ਕੰਮ ਕੀਤਾ। ਉਹ ਕੰਮ ਤੋਂ ਮਤਲਬ ਕਿ ਭਾਵੇਂ ਉਸ ਵੇਲੇ ਵੀ ਕਿਸੇ ਸੇਵਾਦਾਰ ਦੀ ਜ਼ਰੂਰਤ ਹੈ, ਕਿਉਂਕਿ ਜਿਹੜੇ ਲੋਕ ਡਾਇਰੈਕਟ ਕਈ ਵਾਰੀ ਨਹੀਂ ਪਹੁੰਚ ਪਾਉਂਦੇ, ਉਹ ਮੇਰੇ ਵਰਗੇ ਮੂਰਖਾਂ ਦੇ ਕੋਲ ਆਉਂਦੇ ਨੇ ਜੀ ਕਿ ਤੁਸੀਂ ਸਾਡੀ ਗੱਲ ਕਰੋ। ਮਨਜੀਤ ਸਿੰਘ ਜੀਕੇ ਹੋਰਾਂ ਦਾ ਜਿਹੜਾ ਸਮਾਂ ਰਿਹਾ 5 ਸਾਲ ਦਾ, ਉਹਦੇ ਅੰਦਰ ਵੀ ਜਿੰਨੇ ਵੀ ਪੰਥਕ ਮਸਲਿਆਂ ਵਾਸਤੇ ਮੈਂ ਉਹਨਾਂ ਦੇ ਕੋਲ ਗਿਆ, ਉਹਨਾਂ ਨੇ ਮੈਨੂੰ ਕਦੀ ਨਾ ਨਹੀਂ ਕੀਤੀ, ਉਹਨਾਂ ਨੇ ਉਹ ਕੀਤਾ। ਜਿੱਥੇ ਗੱਲ ਆ ਗਈ ਸਿਰਸਾ ਹੋਰਾਂ ਦੀ, ਇਹਨਾਂ ਦਾ ਸਮਾਂ ਥੋੜਾ ਘੱਟ ਹੈਗਾ, ਲੇਕਿਨ ਇਹਦੇ ਵਿੱਚ ਵੀ ਜਿਹੜੇ ਵੀ 3-4 ਮਸਲਿਆਂ ਦੇ, ਭਾਵੇਂ ਉਹ ਇੱਕ ਨਗਰ ਕੀਰਤਨ ਦੀ ਗੱਲ ਹੋਵੇ, ਭਾਵੇਂ ਉਹ ਦਵਾਖਾਨਾ ਖੋਲ੍ਹਣ ਦੀ ਮੇਰੀ ਸਲਾਹ ਹੋਵੇ, ਭਾਵੇਂ ਉਹ ਹੋਰ ਵੀ ਬੱਚਿਆਂ ਦੇ ਹੁਣ ਕੱਪੜੇ ਜਾਣੇ ਸੀਗੇ 122 ਉਹਨਾਂ ਦੇ, ਜਾਂ ਹੋਰ ਚੀਜ਼ਾਂ ਦੇ ਬਾਰੇ, ਤੇ ਉਹਨਾਂ ਨੇ ਗੱਲ ਸੁਣੀ ਔਰ ਸਮਝੀ ਹੈ ਗੱਲ। ਲੇਕਿਨ ਜਿੱਥੇ ਤੱਕ ਆ ਰਹੀ ਹੈ ਕਿ ਅਸੀਂ ਕੀ ਕਰ ਰਹੇ ਹਾਂ, ਬੇਸਿਕਲੀ ਅਸੀਂ ਪੋਲੀਟੀਕਲ ਮਾਈਂਡ ਦੇ ਨਾਲ ਪ੍ਰਧਾਨਗੀਆਂ ਨੂੰ ਚਲਾ ਰਹੇ ਹਾਂ। ਇਹ ਪੋਲੀਟੀਕਲ ਮਾਈਂਡ ਨਹੀਂ ਚਾਹੀਦਾ ਇੱਥੇ ਗੁਰੂ ਦਾ ਸੇਵਕ ਚਾਹੀਦਾ ਹੈ ਜਿਹੜਾ ਸਿਰਫ ਪੰਥ ਦੀ ਗੱਲ ਕਰੇ। ਹੁਣ ਤੱਕ ਤਿੰਨੋਂ ਹੀ ਨਜ਼ਰ ਆ ਰਹੇ ਨੇ ਸੰਗਤ ਨੂੰ ਤੇ ਇਸ ਵੇਲੇ, ਇਸ ਤਿੰਨਾਂ ਦਾ ਕੌਣ ਬੰਦਾ ਹੈਗਾ ਜਿਹੜਾ ਪੋਲੀਟੀਕਲ ਮਾਈਂਡ ਦੇ ਨਾਲ ਨਹੀਂ, ਪੰਥ ਦੇ ਨਾਲ ਰਹਿ ਕੇ ਸੋਚ ਸਕਦਾ ਹੈ? ਹੁਣ ਇਹ ਤੁਹਾਡੇ ਸਵਾਲ ਦਾ ਮੈਂ ਇੱਕ ਫਾਈਨਲ ਜਵਾਬ ਦੇਣਾ ਤੁਹਾਨੂੰ, ਜੋ ਤੁਹਾਨੂੰ ਚਾਹੀਦਾ ਔਰ ਜੋ ਸੰਗਤ ਨੇ ਸੁਣਨਾ। ਇਸ ਵੇਲੇ ਮੇਰੇ ਨਾਲ ਤਕਰੀਬਨ ਕੋਵਿਡ ਦੇ ਸਮੇਂ ਤੋਂ ਤਕਰੀਬਨ ਤੁਸੀਂ ਇਹ ਲਗਾ ਲਓ ਕਿ 3000 ਤੋਂ 3500 ਦਿੱਲੀ ਦੇ ਜਿਹੜੇ ਸੇਵਾਦਾਰ ਪਰਿਵਾਰ ਨੇ, ਰਾਗੀ ਹੋ ਗਏ, ਪ੍ਰਚਾਰਕ ਹੋ ਗਏ, ਸੇਵਾਦਾਰ ਹੋ ਗਏ, ਉਹ ਜੁੜੇ ਹੋਏ ਨੇ। ਔਰ ਪਿੱਛੇ ਵੀ ਜਿਹੜਾ ਨਗਰ ਕੀਰਤਨ ਨਿਕਲਿਆ, ਉੱਥੇ ਵੀ ਮੈਂ ਇੱਕ ਬੇਨਤੀ ਕੀਤੀ ਸੀਗੀ ਕਿ ਅਸੀਂ ਇੱਕ ਇਕੱਠ ਕਰ ਰਹੇ ਹਾਂ ਜਿਹੜੇ ਪੂਰੇ ਦਿੱਲੀ ਦੇ ਪ੍ਰਚਾਰਕਾਂ ਦਾ ਔਰ ਟੀਚਰਸ ਦਾ। ਉਸ ਇਕੱਠ ਦੇ ਵਿੱਚ ਅਸੀਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੱਦਾ ਦੇ ਰਹੇ ਹਾਂ, ਭਾਵੇਂ ਉਹ ਸਰਨਾ ਜੀ ਨੇ, ਸਿਰਸਾ ਜੀ ਨੇ, ਭਾਵੇਂ ਮਨਜੀਤ ਜੀ ਨੇ, ਭਾਵੇਂ ਵਡਾਲਾ ਜੀ ਨੇ, ਕੋਈ ਵੀ ਨੇ। ਔਰ ਸਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਪੰਥ ਦੀਆਂ, ਅਸੀਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਇਹਨਾਂ ਦੇ ਅੱਗੇ ਰੱਖਣੀਆਂ। ਜਿਹੜੀ ਪਾਰਟੀ ਆਪਣੇ ਲੈਟਰ ਹੈਡ ਦੇ ਉੱਪਰ ਗੁਰੂ ਦੀ ਹਜ਼ੂਰੀ ਦੇ ਵਿੱਚ ਸਾਨੂੰ ਉਹ ਮੰਨ ਕੇ ਦੇਗੀ, ਅਸੀਂ ਉਸ ਪ੍ਰਧਾਨ ਨੂੰ ਅੱਗੇ ਲੈ ਕੇ ਜਾਵਾਂਗੇ। ਕਿਉਂਕਿ ਜਿਹੜਾ ਪ੍ਰਧਾਨ ਜਾਂ ਜਿਹੜੀ ਪਾਰਟੀ ਗੁਰੂ ਦੀ ਹਜ਼ੂਰੀ ਦੇ ਵਿੱਚ ਸਾਡੀਆਂ ਜ਼ਰੂਰਤਾਂ ਨੂੰ, ਇਹਨਾਂ ਪੰਥ ਦੀਆਂ ਜ਼ਰੂਰਤਾਂ ਨੂੰ, ਬੱਚਿਆਂ ਦੀਆਂ ਪੜ੍ਹਾਈਆਂ ਦੇ ਔਰ ਇਹਨਾਂ ਦੇ ਉੱਪਰ ਨਹੀਂ ਆਏਗੀ। ਮਗਰ ਸਵਾਲ ਦੁਬਾਰਾ ਘੁੰਮ ਕੇ ਆ ਗਿਆ, ਮੈਂ ਐਪੀਸੋਡ ਖਤਮ ਕਰਨਾ ਚਾਹੁੰਦਾ, ਘੁੰਮ ਕੇ ਆ ਗਿਆ। ਜਦੋਂ ਲਿਖਣ ਦੀ ਵਾਰੀ ਆਉਂਦੀ ਹੈ, ਲਿਖ ਤਾਂ ਸਾਰੇ ਦਿੰਦੇ ਨੇ, ਕਰਨ ਦੀ ਵਾਰੀ ਆਉਂਦੀ ਕਰਦਾ ਕੋਈ ਨਹੀਂ। ਸਰ ਹੁਣ ਦੇਖੋ, ਮੈਂ ਸਾਰੇ ਪੱਤੇ ਨਹੀਂ ਖੋਲਾਂਗਾ। ਇਹ ਪਹਿਲਾ ਸਟੈਪ ਹੈਗਾ ਕਿ ਜਦੋਂ ਲਿਖ ਕੇ ਦੇਣਗੇ, ਉਸ ਤੋਂ ਬਾਅਦ ਨੈਕਸਟ ਸਟੈਪ ਜਿਹੜਾ ਹੈ ਮੈਂ ਉਹ ਉੱਥੇ ਹੀ ਅਨਾਉਂਸ ਕਰਾਂਗਾ ਜਦੋਂ ਇਹ ਸਾਰੇ ਔਰ ਐਡੀ ਸੰਗਤ ਉੱਥੇ ਖੜੀ ਹੋਏਗੀ। ਔਰ ਉਹ ਚਲੋ ਇਹ ਤੁਹਾਨੂੰ ਵੀ ਸੱਦਾ ਦਿੱਤਾ ਜਾਏਗਾ ਔਰ ਉਹਨਾਂ ਦੇ ਜਿਹੜਾ ਪਾਰਟੀ ਸਾਨੂੰ ਲਿਖ ਕੇ ਦੇਗੀ, ਇਹ ਪਹਿਲਾ ਸਟੈਪ ਹੋਏਗਾ। ਅਜੇ ਫਾਈਨਲ ਸਟੈਪ ਉਸ ਤੋਂ ਬਾਅਦ ਹੋਏਗਾ ਕਿ ਉਹਨਾਂ ਨੇ ਫਿਰ ਸਾਨੂੰ ਕੀ ਲਿਖ ਕੇ ਦੇਣਾ ਉੱਥੇ, ਤੇ ਜਿਹੜਾ ਉਹ ਲਿਖ ਕੇ ਦੇ ਜਾਏਗਾ ਉਹ ਹਰ ਬੰਦਾ ਲਿਖ ਕੇ ਦੇ ਨਹੀਂ ਪਾਏਗਾ। ਉਹ ਮੈਂ ਤੁਹਾਨੂੰ ਉਸੇ ਵੇਲੇ ਦੱਸਾਂਗਾ, ਇਸ ਵੇਲੇ ਜਲਦੀ ਹੋ ਜਾਏਗੀ। ਸਾਡੇ ਨਾਲ ਸੀ ਕਮਾਲਜੀਤ ਸਿੰਘ ਜੀ, ਨੇ ਆਪਣੀ ਗੱਲ ਬੜੀ ਖੁੱਲ ਕੇ ਰੱਖੀ ਤੇ ਕੁਝ ਪਰਦੇ ਤੋਂ ਪਿੱਛੇ ਵੀ ਸਾਨੂੰ ਦੱਸੀ। ਸੰਗਤ ਦੇਖਦੇ ਰਹੋ ਵੌਇਸ ਆਫ ਇੰਡੀਆ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।